प्यारे बच्चों, आप जी ਦਾ ਇਸ ਚੈਨਲ ਤੇ ਸਵਾਗਤ ਹੈ। ਅੱਜ ਅਸੀਂ ਪਰੀ ਕਥਾਵਾਂ ਦੇ ਬਾਰੇ ਚ ਜਾਣਾਂਗੇ। ਪਰੀ ਕਥਾਵਾਂ ਪਰੀਆਂ ਤੇ ਸਾਹਿਬਜ਼ਾਦਿਆਂ ਬਾਰੇ ਹੁੰਦੀਆਂ ਹਨ। ਇਹਨਾਂ ਦਾ ਸਾਰਾ ਢਾਂਚਾ ਕਲਪਨਾ ਉੱਤੇ ਉਸਰਿਆ ਹੁੰਦਾ ਹੈ। ਇਹ ਕਹਾਣੀ ਰਸ ਨਾਲ ਓਤ-ਪ੍ਰੋਤ ਅਸੰਭਵ ਤੇ ਰੋਮਾਂਟਿਕ ਘਟਨਾਵਾਂ ਨਾਲ ਭਰਪੂਰ ਹੁੰਦੀਆਂ ਹਨ। ਅੱਜ ਅਸੀਂ 11ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਦਰਜ ਕਹਾਣੀ ਨੀਲਕਮਲ ਪੜ੍ਹਾਂਗੇ। ਨੀਲਕਮਲ ਕਹਾਣੀ ਇਸ ਦੇ ਬਾਰੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਕਿਸੇ ਇੱਕ ਸ਼ਹਿਰ ਵਿੱਚ ਇੱਕ ਸੁਦਾਗਰ ਰਹਿੰਦਾ ਸੀ। ਉਹ ਆਪਣੇ ਘਰੋਂ ਵਪਾਰ ਕਰਨ ਲਈ ਤੁਰਨ ਲੱਗਾ ਤਾਂ ਉਸ ਦੀ ਪਤਨੀ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਘਰੋਂ ਜਾਣ ਪਿੱਛੋਂ ਉਸ ਨੂੰ ਉਸ ਦੀ ਸੁੱਖ ਸਾਂਦ ਦਾ ਪਤਾ ਕਿਵੇਂ ਲੱਗੇਗਾ। ਉਸ ਸਮੇਂ ਟੈਲੀਫੋਨ ਤਾਂ ਹੁੰਦੇ ਨਹੀਂ ਸਨ। ਸੁਦਾਗਰ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਘਰੋਂ ਜਾਣ ਪਿੱਛੋਂ ਉਸ ਦੇ ਸੁੱਖ ਸਾਂਦ ਦਾ ਕਿਵੇਂ ਪਤਾ ਲੱਗੇਗਾ ਤੇ ਉਹ ਆਪਣੀ ਸੁੱਖ ਸਾਂਦ ਕਿਵੇਂ ਦੱਸੇਗਾ। ਸੁਦਾਗਰ ਨੇ ਉਸ ਨੂੰ ਇੱਕ ਚਮਕਦੀ ਛੁਰੀ ਦੇ ਕੇ ਕਿਹਾ, ਜਦੋਂ ਤੱਕ ਇਹ ਇੰਜ ਚਮਕਦੀ ਰਵੇ ਉਹ ਉਸ ਨੂੰ ਠੀਕ ਸਮਝੇ, ਜਦੋਂ ਉਹ ਕਾਲੀ ਪੈ ਜਾਵੇ ਤਾਂ ਉਹ ਉਸ ਨੂੰ ਬਿਮਾਰ ਸਮਝੇ, ਤੇ ਜਦੋਂ ਉਸ ਛੁਰੀ ਵਿੱਚੋਂ ਲਹੂ ਸਿਮਣ ਲੱਗ ਪਵੇ ਤਾਂ ਉਹ ਉਸ ਨੂੰ ਮਰਿਆ ਹੋਇਆ ਸਮਝ ਲਵੇ। ਸੁਦਾਗਰ ਦੁਆਰਾ ਪਤਨੀ ਨੂੰ ਉਸ ਦੀ ਸੁੱਖ ਸਾਂਦ ਦਾ ਚਿੰਨ੍ਹ ਪੁੱਛੇ ਜਾਣ ਤੇ ਉਸ ਨੇ ਇੱਕ ਤਲਾਬ ਦੇ ਵਿੱਚੋਂ ਨੀਲ ਕਮਲ ਦਾ ਫੁੱਲ ਤੋੜ ਕੇ ਇੱਕ ਕੁੱਜੇ ਵਿੱਚ ਪਾ ਕੇ ਉਸ ਨੂੰ ਦਿੰਦਿਆਂ ਹੋਇਆਂ ਕਿਹਾ ਕਿ ਜਦੋਂ ਤੱਕ ਉਹ ਖਿੜਿਆ ਰਹੇਗਾ ਉਦੋਂ ਤੱਕ ਉਹ ਰਾਜੀ ਖੁਸ਼ੀ ਸਮਝੇ, ਪਰ ਜਦੋਂ ਉਹ ਮੁਰਝਾ ਜਾਵੇ ਤਾਂ ਉਹ ਸਮਝ ਲਵੇ ਕਿ ਉਹ ਮੁਸੀਬਤ ਵਿੱਚ ਹੈ। ਸੁਦਾਗਰ ਵਪਾਰ ਲਈ ਹੀਰੇ ਮੋਤੀ ਆਦਿ ਲੈ ਕੇ ਜਦੋਂ ਦੂਜੇ ਦੇਸ਼ ਦੇ ਰਾਜੇ ਕੋਲ ਪੁੱਜਾ, ਹੀਰੇ ਮੋਤੀ ਦੇਖਦੇ ਰਾਜੇ ਨੂੰ ਕੁੱਜੇ ਵਿੱਚ ਪਾਣੀ ਤੋਂ ਬਿਨਾਂ ਉਸ ਕਮਲ ਦੇ ਫੁੱਲ ਨੂੰ, ਜੋ ਨੀਲੇ ਰੰਗ ਦਾ ਸੀ, ਤਾਜ਼ਾ ਦੇਖ ਕੇ ਹੈਰਾਨੀ ਹੋਈ। ਉਸ ਦੇ ਪੁੱਛਣ ਤੇ ਸੁਦਾਗਰ ਨੇ ਉਸ ਦੀ ਖਾਸੀਅਤ ਬਾਰੇ ਦੱਸਿਆ ਕਿ ਇਹ ਉਸ ਦੀ ਆਪਣੀ ਪਤਨੀ ਦੇ ਪ੍ਰੇਮ ਦੀ ਨਿਸ਼ਾਨੀ ਹੈ। ਉਸ ਦੇ ਸੁੱਖ ਸਾਂਦ ਮੈਂ ਇਸ ਤੋਂ ਜਾਣ ਸਕਦਾ ਹਾਂ। ਤਾਂ ਰਾਜੇ ਦੇ ਮਨ ਵਿੱਚ ਉਹ ਸੁੰਦਰ ਤੇ ਗੁਣਵਾਨ ਇਸਤਰੀ ਨੂੰ ਵੇਖਣ ਦੀ ਇੱਛਾ ਪੈਦਾ ਹੋਈ। ਜਦੋਂ ਰਾਜੇ ਨੇ ਵਜ਼ੀਰ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਕਿਹਾ ਤਾਂ ਵਜ਼ੀਰ ਨੇ ਇੱਕ ਤਾਂ ਸੁਦਾਗਰ ਨੂੰ ਹੋਰ 6 ਮਹੀਨੇ ਲਈ ਆਪਣੇ ਰਾਜ ਵਿੱਚ ਰਹਿਣ ਲਈ ਮਜਬੂਰ ਕਰ ਲਿਆ ਤੇ ਦੂਜੇ ਪਾਸੇ 2 ਫੱਫੇ-ਕੁੱਟਣੀਆਂ ਦੇ ਜ਼ਿੰਮੇ ਸੁਦਾਗਰ ਦੀ ਪਤਨੀ ਨੂੰ ਰਾਜੇ ਦੇ ਕੋਲ ਲਿਆਉਣ ਦਾ ਕੰਮ ਸੌਂਪਿਆ। ਅਸੰਭਵ ਕੰਮ ਕਰਨ ਵਿੱਚ ਮਾਹਰ ਸਮਝਣ ਵਾਲੀਆਂ ਉਹ ਫੱਫੇ-ਕੁੱਟਣੀਆਂ ਜਦੋਂ ਸੁਦਾਗਰ ਦੇ ਘਰ ਪਹੁੰਚੀਆਂ ਤਾਂ ਇੱਕ ਨੇ ਸੁਦਾਗਰ ਦੀ ਪਤਨੀ ਨੂੰ ਦੱਸਿਆ ਕਿ ਉਹ ਉਸ ਦੀ ਨਾਨੀ ਦੀ ਭੈਣ ਹੈ ਤੇ ਨਾਲ ਹੀ ਫੱਫੇ-ਕੁੱਟਣੀ ਨੂੰ ਉਸਨੇ ਆਪਣੀ ਗੁਆਂਢਣ ਦੱਸਿਆ। ਸੁਦਾਗਰ ਦੀ ਪਤਨੀ ਬਹੁਤ ਸਿਆਣੀ ਸੀ ਬੱਚਿਓ। ਉਸ ਨੇ ਉਹਨਾਂ ਨੂੰ ਅੱਗੇ ਕਦੇ ਤਾਂ ਵੇਖਿਆ ਨਹੀਂ, ਤਾਂ ਪਹਿਲੇ ਫੱਫੇ-ਕੁੱਟਣੀ ਬੋਲੀ ਕਿ ਉਹ ਉਦੋਂ ਬਹੁਤ ਛੋਟੀ ਸੀ ਜਦੋਂ ਉਹ ਤੀਰਥਾਂ ਤੇ ਚਲੀਆਂ ਗਈਆਂ ਸਨ, ਤੇ ਉਸ ਨੇ ਉਸ ਨੂੰ ਉਸ ਦੇ ਠੋਡੀ ਉਪਰਾਲੇ ਤਿਲ ਤੋਂ ਪਛਾਣਿਆ। ਠੋਡੀ ਦੇ ਉੱਪਰ ਤਿਲ ਸੀ, ਉਸ ਦੇ ਨਾਲ ਪਛਾਣਿਆ। ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਉਹ ਦੋਵੇਂ ਔਰਤਾਂ ਝੂਠੀਆਂ ਹਨ, ਕਿਉਂਕਿ ਉਸ ਨੇ ਉਹ ਤਿਲ ਉਸ ਦਿਨ ਸੁਰਮੇ ਨਾਲ ਬਣਾਇਆ ਸੀ। ਉਸ ਨੂੰ ਪਤਾ ਲੱਗ ਗਿਆ ਕਿ ਇਹ ਝੂਠ ਬੋਲ ਰਹੀਆਂ ਹਨ, ਪਰ ਉਸ ਨੇ ਹੁਸ਼ਿਆਰੀ ਨਾਲ ਫੱਫੇ-ਕੁੱਟਣੀਆਂ ਨੂੰ ਪ੍ਰਾਹੁਣਚਾਰੀ ਕਰਦਿਆਂ ਉਹਨਾਂ ਨੂੰ ਸਾਗ ਵਿੱਚ ਭੰਗ ਖਵਾ ਦਿੱਤੀ, ਜਿਸ ਦਾ ਨਸ਼ਾ ਚੜ੍ਹਨ ਤੇ ਉਹ ਆਪਣੇ ਮੰਤਵ ਬਾਰੇ ਆਪੇ ਹੀ ਸੱਚ ਬੋਲਣ ਲੱਗ ਪਈਆਂ। ਸੁਦਾਗਰ ਦੀ ਪਤਨੀ ਨੂੰ ਲਿਜਾ ਕੇ ਰਾਜੇ ਤੋਂ ਭਾਰੀ ਇਨਾਮ ਪ੍ਰਾਪਤ ਕਰਨ ਦਾ ਕੰਮ ਵੀ ਉਸ ਨੂੰ ਦੱਸ ਦਿੱਤਾ। ਜਦੋਂ ਉਹ ਨਸ਼ੇ ਵਿੱਚ ਕੂਕ ਸੌਂ ਗਈਆਂ ਤਾਂ ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਕਰ ਦਿੱਤਾ। ਉਹ ਉਹਨਾਂ ਨੂੰ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਤੇ ਉਹ ਸੁੱਤੀਆਂ ਰਹਿੰਦੀਆਂ। ਫੱਫੇ-ਕੁੱਟਣੀਆਂ ਨੇ ਕਈ ਦਿਨ
ਵਾਪਸ ਨਾ ਪਰਤ ਸਕੀਆਂ ਤਾਂ ਉਹਨਾਂ ਦੇ ਵਾਪਸ ਨਾ ਪਰਤਣ 'ਤੇ ਰਾਜੇ ਨੇ 2 ਠੱਗ ਸੌਦਾਗਰ ਦੀ ਪਤਨੀ ਨੂੰ ਲਿਆਉਣ ਲਈ ਭੇਜੇ। ਦੋਹਾਂ ਠੱਗਾਂ ਨੇ ਸੌਦਾਗਰਾਂ ਦਾ ਭੇਸ ਇੱਕ ਸੌਦਾਗਰ ਦੀ ਪਤਨੀ ਕੋਲ ਪਹੁੰਚ ਕੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਬਿਮਾਰ ਹੈ। ਬਹੁਤ ਬਿਮਾਰ ਹੋਣ ਕਾਰਨ ਉਹ ਮੰਜੇ ਤੋਂ ਉੱਠ ਹੀ ਨਹੀਂ ਸਕਦਾ ਅਤੇ ਉਹ ਉਸ ਨੂੰ ਮਿਲਣ ਲਈ ਤਰਸ ਗਿਆ ਹੈ। ਸੌਦਾਗਰ ਦੀ ਪਤਨੀ ਨੇ ਅੰਦਰ ਜਾ ਕੇ ਛੁਰੀ ਨੂੰ ਚਮਕਦਿਆਂ ਦੇਖਿਆ ਤਾਂ ਉਹ ਸਮਝ ਗਈ ਕਿ ਇਹ ਦੋਵੇਂ ਬੰਦੇ ਝੂਠ ਬੋਲ ਰਹੇ ਹਨ। ਉਸ ਨੇ ਉਹਨਾਂ ਦੀ ਆਓ ਭਗਤ ਕਰਦਿਆਂ ਉਹਨਾਂ ਨੂੰ ਵੀ ਭੰਗ ਦੇ ਪਕੌੜੇ ਖਵਾਏ ਅਤੇ ਸੁਆ ਦਿੱਤਾ ਅਤੇ ਦੂਜੀ ਕੋਠੜੀ ਵਿੱਚ ਬੰਦ ਕਰ ਦਿੱਤਾ। ਕਈ ਦਿਨ ਫਿਰ ਬੀਤ ਗਏ। ਉਡੀਕਣ ਤੋਂ ਮਗਰੋਂ ਰਾਜੇ ਨੇ ਵਜ਼ੀਰ ਨਾਲ ਸਲਾਹ ਕੀਤੀ ਕਿ ਦੋਵੇਂ ਸੌਦਾਗਰ ਦੇ ਘਰ ਹੀ ਚਲੇ ਜਾਂਦੇ ਹਾਂ। ਉਹ ਦੋਨੋਂ ਭੇਸ ਬਦਲ ਕੇ ਸੌਦਾਗਰ ਦੇ ਪਹੁੰਚੇ। ਸੌਦਾਗਰ ਦੀ ਪਤਨੀ ਨੇ ਜਦੋਂ ਬੂਹਾ ਖੋਲ੍ਹਿਆ, ਉਹ ਕਹਿਣ ਲੱਗੇ ਕਿ ਉਹ ਸੌਦਾਗਰ ਦੀ ਪਤਨੀ ਨੂੰ ਮਿਲਣ ਆਏ ਹਨ। ਸੌਦਾਗਰ ਦੀ ਪਤਨੀ ਕਹਿਣ ਲੱਗੀ ਕਿ ਉਸ ਦੀ ਦਾਸੀ ਹੈ, ਉਹ ਬੈਠ ਕੇ ਭੋਜਨ ਛਕਣ, ਫਿਰ ਉਹ ਆਪਣੀ ਮਾਲਕਣ ਨੂੰ ਮਿਲਾ ਦੇਵੇਗੀ। ਇਸ ਪਿੱਛੋਂ ਉਹ ਉਹਨਾਂ ਨੂੰ ਰੋਟੀ ਖਵਾਉਣ ਲੱਗੀ ਅਤੇ ਜਦੋਂ ਵੀ ਕੋਈ ਚੀਜ਼ ਸਬਜ਼ੀ ਜਾਂ ਰੋਟੀ ਆਦਿ ਲੈ ਕੇ ਆਉਂਦੀ, ਭੇਸ ਵਟਾ ਕੇ ਆਉਂਦੀ। ਰਾਜਾ ਤੇ ਵਜ਼ੀਰ ਸਮਝਣ ਲੱਗੇ ਕਿ ਸੌਦਾਗਰ ਦੀ ਪਤਨੀ ਦੀਆਂ ਕਈ ਦਾਸੀਆਂ ਹਨ। ਜਦੋਂ ਉਹ ਤੀਜੀ ਵਾਰੀ ਆਈ ਤਾਂ ਵਜ਼ੀਰ ਉਸ ਨੂੰ ਕਹਿਣ ਲੱਗਾ ਕਿ ਤੁਹਾਡੀਆਂ ਸਭ ਦੀਆਂ ਸ਼ਕਲਾਂ ਬਿਲਕੁਲ ਮਿਲਦੀਆਂ ਜੁਲਦੀਆਂ ਹਨ। ਉਹ ਕਹਿਣ ਲੱਗੀ ਕਿ ਉਹ ਤਿੰਨੇ ਭੈਣਾਂ ਸੌਦਾਗਰ ਦੀ ਪਤਨੀ ਦੀਆਂ ਦਾਸੀਆਂ ਹਨ। ਵਜ਼ੀਰ ਨੇ ਕਿਹਾ ਕਿ ਜੇਕਰ ਉਹ ਸੌਦਾਗਰ ਦੀ ਪਤਨੀ ਨੂੰ ਰਾਜੇ ਦੇ ਮਹਿਲਾਂ ਵਿੱਚ ਲਿਜਾਣ ਵਿੱਚ ਉਹਨਾਂ ਦੀ ਮਦਦ ਕਰੇ ਤਾਂ ਉਹ ਉਸ ਨੂੰ ਬਹੁਤ ਸਾਰਾ ਧਨ ਦੇਣਗੇ ਅਤੇ ਇਨਾਮ ਵੀ ਦੇਣਗੇ। ਸੌਦਾਗਰ ਦੀ ਪਤਨੀ ਨੇ ਕਿਹਾ ਕਿ ਇਹ ਕੰਮ ਮੁਸ਼ਕਿਲ ਨਹੀਂ, ਪਰ ਉਹ ਇੱਕ ਵੱਡਾ ਸਾਰਾ ਡੋਲਾ ਤਿਆਰ ਕਰਨ ਜਿਸ ਵਿੱਚ ਮਾਲਕਣ ਤੇ ਉਹ ਤਿੰਨੇ ਭੈਣਾਂ ਬੈਠ ਸਕਣ, ਪਰ ਸ਼ਰਤ ਇਹ ਹੋਵੇਗੀ ਕਿ ਉਹ ਮਹਿਲਾਂ ਤੋਂ ਉਰੇ ਰਾਹ ਵਿੱਚ ਨਾ ਡੋਲਾ ਰੋਕਣਗੇ ਅਤੇ ਨਾ ਹੀ ਉਸ ਦੀ ਮਾਲਕਣ ਨੂੰ ਬੁਲਾਉਣਗੇ। ਵਜ਼ੀਰ ਨੇ ਡੋਲਾ ਤਿਆਰ ਕਰ ਲਿਆਂਦਾ। ਸੌਦਾਗਰ ਦੀ ਪਤਨੀ ਨੇ ਡੋਲਾ ਵਿਹੜੇ ਵਿੱਚ ਰੱਖ ਕੇ ਰਾਜੇ ਤੇ ਵਜ਼ੀਰ ਨੂੰ ਬਾਹਰ ਭੇਜ ਦਿੱਤਾ ਅਤੇ ਅੰਦਰੋਂ ਦੋਹਾਂ ਫਫੇ-ਕੁੱਟਣੀਆਂ ਅਤੇ ਦੋਹਾਂ ਠੱਗਾਂ ਨੂੰ ਭੰਗ ਦੇ ਪਕੌੜਿਆਂ ਨਾਲ ਬੇਹੋਸ਼ ਕਰਕੇ ਉਹਨਾਂ ਦੇ ਮੂੰਹ ਸਿਰ ਬੰਨ੍ਹ ਕੇ ਕਾਲਖ ਮਲ ਕੇ ਅਤੇ ਉਸ ਡੋਲੇ ਦੇ ਵਿੱਚ ਸੁੱਟ ਦਿੱਤਾ। ਚੰਗੀ ਤਰ੍ਹਾਂ ਉਸ ਡੋਲੇ ਨੂੰ ਵੀ ਬੰਨ੍ਹ ਦਿੱਤਾ। ਫਿਰ ਉਸ ਨੇ ਬਾਹਰ ਆ ਕੇ ਰਾਜੇ ਤੇ ਵਜ਼ੀਰ ਨੂੰ ਕਿਹਾ ਕਿ ਉਹ ਡੋਲੇ ਵਿੱਚ ਬੈਠਣ ਲੱਗੀਆਂ ਹਨ, ਉਹ ਕਹਾਰ ਮੰਗਾ ਲਵੇ ਜਿਹੜੇ ਡੋਲਾ ਚੁੱਕਣਗੇ। ਜਦੋਂ ਰਾਜਾ ਤੇ ਵਜ਼ੀਰ ਡੋਲਾ ਲੈ ਕੇ ਆਪਣੇ ਮਹਿਲਾਂ ਵਿੱਚ ਪੁੱਜੇ ਤਾਂ ਡੋਲਾ ਖੋਲ੍ਹ ਕੇ ਦੇਖਦਿਆਂ ਉਹਨਾਂ ਨੇ ਫਫੇ-ਕੁੱਟਣੀਆਂ ਅਤੇ ਠੱਗਾਂ ਨੂੰ ਉਸ ਦੇ ਵਿੱਚ ਜਦੋਂ ਦੇਖਿਆ ਤੇ ਉਹ ਹੱਥ ਮਲਦੇ ਰਹਿ ਗਏ। ਇਸ ਪਿੱਛੋਂ ਵਜ਼ੀਰ ਨੇ ਰਾਜੇ ਨਾਲ ਸਲਾਹ ਕਰਕੇ ਇੱਕ ਹੋਰ ਚਾਲ ਚੱਲੀ। ਉਸ ਨੇ ਸੌਦਾਗਰ ਨੂੰ ਕਿਹਾ ਕਿ ਰਾਜਾ ਉਸ ਤੋਂ ਬਹੁਤ ਖੁਸ਼ ਹੈ ਅਤੇ ਉਹ ਉਸ ਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਸ ਨੂੰ ਹੁਣ ਉੱਥੇ ਹੀ ਰਹਿਣਾ ਪਵੇਗਾ ਅਤੇ ਉਹ ਆਪਣੀ ਪਤਨੀ ਨੂੰ ਉੱਥੇ ਬੁਲਾ ਲਵੇ। ਸੌਦਾਗਰ ਨੇ ਜਦੋਂ ਘਰ ਆ ਕੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਤਾਂ ਉਸਨੇ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ, ਪਰ ਉਸ ਦੇ ਸਿਰ ਉੱਤੇ ਮੰਤਰੀ ਬਣਨ ਦਾ ਭੂਤ ਸਵਾਰ ਹੋ ਗਿਆ। ਇਸ ਕਰਕੇ ਉਸਨੇ ਉਸ ਔਰਤ ਦੀ ਆਪਣੀ ਪਤਨੀ ਦੀ ਇੱਕ ਨਾ ਮੰਨੀ ਅਤੇ ਆਪਣੀ ਪਤਨੀ ਨੂੰ ਲੈ ਕੇ ਰਾਜੇ ਦੇ ਮਹਿਲਾਂ ਦੇ ਨੇੜੇ ਇੱਕ ਹਵੇਲੀ ਵਿੱਚ ਚਲਾ ਗਿਆ। ਕੁਝ ਦਿਨਾਂ ਮਗਰੋਂ ਰਾਜੇ ਦੀ ਇੱਛਾ ਪੂਰੀ ਕਰਨ ਲਈ ਵਜ਼ੀਰ ਨੇ ਸੌਦਾਗਰ ਨੂੰ ਕਿਹਾ ਕਿ ਰਾਜੇ ਨੂੰ ਇੱਕ ਚੀਜ਼ ਦੀ ਬਹੁਤ ਲੋੜ ਹੈ ਜਿਸ ਦਾ ਨਾਂ ਕੁਝ ਹੈ, ਉਹ ਕਿਤਿਓਂ ਲੈ ਕੇ ਆਵੇ। ਸੌਦਾਗਰ ਨੂੰ ਗੱਲ ਦੀ ਸਮਝ ਨਾ ਲੱਗੀ, ਪਰ ਜਦੋਂ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਸ ਰਾਜੇ ਦੀ ਚਾਲ ਸਮਝ ਗਈ। ਉਸਨੇ ਕਿਹਾ ਕਿ ਆਪਣੇ ਪਤੀ ਨੂੰ ਨਾਲ ਮਿਲਾ ਕੇ ਘਰ ਵਿੱਚ 2 ਟੋਏ ਪੁੱਟੇ, ਇੱਕ ਵਿੱਚ ਗੁੜ ਦਾ ਸ਼ੀਰਾ ਭਰ ਦਿੱਤਾ ਅਤੇ ਦੂਜੇ ਦੇ ਵਿੱਚ ਪੰਛੀਆਂ ਦੇ ਖੰਭ ਭਰ ਦਿੱਤੇ। ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਸਭ ਨੂੰ ਦੱਸ ਦੇਵੇ ਕਿ ਉਸਨੇ ਕੁਝ ਲੈਣ ਲਈ ਕਿਸੇ ਹੋਰ ਦੇਸ਼ ਜਾਣਾ ਹੈ ਅਤੇ ਉਹ ਜਾ ਰਿਹਾ ਹੈ। ਉਂਝ ਉਹ ਦਿਨ ਭਰ ਬਾਹਰ ਜੰਗਲ ਵਿੱਚ ਰਹਿ ਕੇ ਰਾਤੀਂ ਘਰ ਆ ਕੇ ਸੌਂ ਜਾਇਆ ਕਰੇ। ਪਹਿਲੇ ਹੀ ਦਿਨ ਰਾਜੇ ਨੂੰ ਪਤਾ ਲੱਗਾ ਕਿ ਸੌਦਾਗਰ ਘਰੋਂ ਚਲਾ ਗਿਆ ਹੈ।
ਰਾਤ ਨੂੰ ਉਹ ਸੌਦਾਗਰ ਦੇ ਘਰ ਪੁੱਜਾ ਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸ ਦੀ ਸੁੱਖ ਸਾਂਦ ਪੁੱਛਣ ਆਇਆ ਹੈ। ਸੌਦਾਗਰ ਦੀ ਪਤਨੀ ਨੇ ਉੱਪਰੋਂ ਖੁਸ਼ੀ ਜ਼ਾਹਰ ਕੀਤੀ ਤੇ ਉਸ ਨੂੰ ਪਾਣੀ ਆਦਿ ਪਿਲਾਉਣ ਲੱਗੀ। ਇੰਨੇ ਨੂੰ ਸੌਦਾਗਰ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਉਹ ਘਰ ਆਪਣੀ ਤਲਵਾਰ ਭੁੱਲ ਗਿਆ ਸੀ, ਉਹ ਇਸ ਕਰਕੇ ਮੁੜ ਆਇਆ ਹੈ। ਜਦੋਂ ਸੌਦਾਗਰ ਦੀ ਪਤਨੀ ਬੂਹਾ ਖੋਲ੍ਹਣ ਗਈ ਤਾਂ ਰਾਜੇ ਨੇ ਕਿਹਾ ਕਿ ਉਹ ਉਸ ਨੂੰ ਕਿਧਰੇ ਲੁਕਾ ਦੇਵੇ, ਨਹੀਂ ਤਾਂ ਉਸ ਦੀ ਬੜੀ ਬਦਨਾਮੀ ਹੋਵੇਗੀ। ਸੌਦਾਗਰ ਦੀ ਪਤਨੀ ਨੇ ਉਸ ਨੇ ਕਿਹਾ ਕਿ ਜਦੋਂ ਉਹ ਸੀਰੇ ਵਾਲੇ ਟੋਏ ਵਿੱਚ ਵੜਿਆ ਤਾਂ ਉਸ ਦਾ ਸਰੀਰ ਸੀਰੇ ਨਾਲ ਲਿਬੜ ਗਿਆ। ਬੱਚਿਓ, ਜਦੋਂ ਉਹ ਉਸ ਨੂੰ ਲੁਕਾਉਣ ਲੱਗੀ ਤਾਂ ਉਸਨੇ ਕਿੱਥੇ, ਸ਼ੀਰੇ ਵਾਲਾ ਜਿਹੜੇ ਟੋਏ 'ਚ ਸ਼ੀਰਾ ਭਰਿਆ ਸੀ ਉਸ ਵਿੱਚ ਉਸ ਨੂੰ ਵਾੜ ਦਿੱਤਾ ਤੇ ਉਸ ਦੇ ਵਿੱਚ ਜਦੋਂ ਉਹ ਲੁਕਿਆ ਤਾਂ ਉਸ ਦਾ ਸਾਰਾ ਸਰੀਰ ਜਿਹੜਾ ਸੀ ਉਹ ਸੀਰੇ ਦੇ ਨਾਲ ਭਰ ਗਿਆ। ਸੌਦਾਗਰ ਦੀ ਪਤਨੀ ਦੇ ਕਹਿਣ ਤੇ ਜਦੋਂ ਉਹ ਉਸ ਟੋਏ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਉਹ ਸਾਰਾ ਸਰੀਰ ਸ਼ੀਰੇ ਨਾਲ ਲਿਬੜਿਆ ਹੋਇਆ ਹੈ। ਜਦੋਂ ਉਹ ਘਬਰਾ ਕੇ ਬਾਹਰ ਆਇਆ ਤਾਂ ਸੌਦਾਗਰ ਦੀ ਪਤਨੀ ਨੇ ਉਸ ਨੂੰ ਖੰਭਾਂ ਵਾਲੇ ਟੋਏ ਦੇ ਵਿੱਚ ਧੱਕਾ ਦੇ ਦਿੱਤਾ ਤੇ ਦਰਵਾਜ਼ਾ ਖੋਲ੍ਹ ਦਿੱਤਾ। ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਸ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ, ਕਿਉਂਕਿ ਉਸਨੇ ਕੁਝ ਨੂੰ ਫੜ ਲਿਆ ਹੈ। ਜਿਹੜਾ ਕੁਝ ਉਹ ਬਾਹਰ ਲੱਭਣ ਚੱਲਾ ਸੀ ਉਹ ਸਾਡੇ ਘਰ ਵਿੱਚ ਹੀ ਹੈ। ਦੋਹਾਂ ਨੇ ਰਾਜੇ ਨੂੰ ਖੰਭਾਂ ਵਾਲੇ ਟੋਏ ਵਿੱਚੋਂ ਬਾਹਰ ਕੱਢਿਆ। ਸਰੀਰ ਉੱਪਰ ਸਾਰੇ ਖੰਭ ਉਸ 'ਤੇ ਚਿੰਬੜ ਗਏ ਸਨ। ਰਾਜਾ ਪਛਾਣ ਵਿੱਚ ਨਹੀਂ ਆ ਰਿਹਾ ਸੀ। ਰਾਜਾ ਵੀ ਡਰਦੇ ਮਾਰਿਆਂ ਬੋਲਿਆ ਨਾ। ਸੌਦਾਗਰ ਦੀ ਪਤਨੀ ਨੇ ਰਾਜੇ ਦੇ ਗਲ ਵਿੱਚ ਰੱਸਾ ਪਾ ਕੇ ਕਿਹਾ ਕਿ ਉਸ ਨੂੰ ਵਜ਼ੀਰ ਦੇ ਹਵਾਲੇ ਕਰ ਆਈਏ। ਸੌਦਾਗਰ ਨੇ ਇਵੇਂ ਹੀ ਕੀਤਾ ਤੇ ਵਜ਼ੀਰ ਨੂੰ ਕੁਝ ਸੌਂਪ ਕੇ ਆਪ ਘਰ ਆ ਗਿਆ। ਰਾਜਾ ਉੱਚੀ ਉੱਚੀ ਰੋਣ ਲੱਗਾ। ਵਜ਼ੀਰ ਨੇ ਰਾਜੇ ਨੂੰ ਕਿਹਾ ਪਛਾਣ ਲਿਆ ਤੇ ਦੋਹਾਂ ਨੇ ਸੌਦਾਗਰ ਦੀ ਪਤਨੀ ਤੋਂ ਤੌਬਾ ਕੀਤੀ। ਦੂਜੇ ਦਿਨ ਦਰਬਾਰ ਦੇ ਵਿੱਚ ਸੌਦਾਗਰ ਨੇ ਰਾਜੇ ਦੇ ਸਾਹਮਣੇ ਜਾ ਕੇ ਵਜ਼ੀਰ ਨੂੰ ਕੁਝ ਸੌਂਪ ਦਿੱਤਾ। ਰਾਜੇ ਨੇ ਕਿਹਾ ਕਿ ਉਸਨੇ ਕੁਝ ਦੇਖ ਲਿਆ ਹੈ। ਉਸਨੇ ਸੌਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ। ਸੌਦਾਗਰ ਨੇ ਰਾਜੇ ਨੂੰ ਕਿਹਾ ਕਿ ਉਹ ਉਸਦੇ ਘਰ ਚਰਨ ਪਾਏ। ਵਜ਼ੀਰ ਬੋਲਿਆ ਕਿ ਰਾਜਾ ਸਾਹਿਬ ਕਿਸੇ ਦੇ ਘਰ ਨਹੀਂ ਜਾਂਦੇ, ਉਹਨਾਂ ਨੇ ਕਿਸੇ ਦੇ ਘਰ ਨਾ ਜਾਣ ਦੀ ਕਸਮ ਖਾਧੀ ਹੋਈ ਹੈ। ਇਸ ਤਰ੍ਹਾਂ ਬੱਚਿਓ, ਸੌਦਾਗਰ ਦੀ ਪਤਨੀ ਨੇ ਆਪਣੀ ਬਹੁਤ ਹੀ ਕਿਸ ਦੇ ਨਾਲ, ਸੂਝ-ਬੂਝ ਦੇ ਨਾਲ ਆਪਣੇ ਆਪ ਨੂੰ ਵੀ ਬਚਾਇਆ ਤੇ ਆਪਣੇ ਪਤੀ ਨੂੰ ਵੀ ਬਚਾਇਆ। ਬੱਚਿਓ, ਨੀਲ ਕਮਲ ਕਹਾਣੀ ਜਿਹੜੀ ਹੈ, ਇਸ ਦੇ ਬਾਰੇ ਅਸੀਂ ਦੇਖਦੇ ਹਾਂ ਕਿ ਇਹ ਇੱਕ ਵਿਅੰਗਾਤਮਕ ਕਹਾਣੀ ਹੈ। ਇਸ ਵਿੱਚ ਰਾਜੇ ਦੀ ਸ਼ਰਮਿੰਦਗੀ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ ਤੇ ਸੌਦਾਗਰ ਦੀ ਪਤਨੀ ਦੀ ਸੂਝ-ਬੂਝ ਸਾਹਮਣੇ ਆਉਂਦੀ ਹੈ। ਧੰਨਵਾਦ ਬੱਚਿਓ।